ਅਗਲੀ ਮਿੰਟੂ ਜੀ ਗੱਲ ਕਰੀਏ ਭਗਵੰਤ ਮਾਨ ਜੀ ਹੁਣਾਂ ਵੱਲੋਂ ਰਿਪੋਰਟ ਲੈਣ ਦੇ ਚੱਲਦਿਆਂ ਕਹਿੰਦੇ ਅਫਸਰਾਂ ਨੂੰ ਦੂਜਾ ਰਿਮਾਈਂਡਰ। ਹਾਂਜੀ, ਇਹ ਤੇ ਫਿਰ ਇੱਕ ਗੱਲ ਕਹਿਣੀ ਪਊਗੀ ਕਿ ਦਾਬਾ ਫਿਰ ਥੋੜਾ ਜਿਹਾ ਘੱਟ ਹੀ ਨਜ਼ਰ ਆਉਂਦਾ ਹੈ ਮਾਨ ਸਾਹਿਬ ਦਾ, ਕਿਉਂਕਿ ਦੂਜੀ ਵਾਰੀ ਤੁਸੀਂ ਅਫਸਰਾਂ ਨੂੰ ਰਿਮਾਈਂਡ ਕਰਵਾਓ ਕਿ ਬਾਈ ਗੱਲ ਇਹ ਆ ਕਿ ਤੁਹਾਡੇ ਤੋਂ ਰਿਪੋਰਟ ਮੰਗੀ ਸੀ ਯਾਰ, ਕੀ ਬਣਿਆ? ਇਹ ਕੋਈ ਦਫ਼ਤਰ ਹੈ ਜਿਹਦੇ ਵਿੱਚ ਜਿਹੜਾ ਕਲਰਕ ਹੈ ਸਟੈਨੋ ਨੂੰ ਕਵੇ, ਸਟੈਨੋ ਗਾਂ ਜਾ ਕੇ ਉਹ ਦੂਜਾ ਕੋਈ ਮੈਨੇਜਰ ਹੈ ਉਹਨੂੰ ਕਵੇ? ਇਹ ਇਸ ਤਰ੍ਹਾਂ ਥੋੜੀ ਕੋਈ ਆਵਾਜ਼ ਮਾਰਦੀ ਕਿ ਹਾਂ ਕੀ ਬਣਿਆ ਵਾ, ਤੈਨੂੰ ਫਾਈਲ ਕਹੀ ਸੀ। ਯਾਰ ਮੁੱਖ ਮੰਤਰੀ ਅਸਲ ਚ ਕੀ ਹੈ ਕਿ ਮੁੱਖ ਮੰਤਰੀ ਦਾ ਹੁਕਮ ਸੀਗਾ ਕਿ ਜਿਹੜੇ ਅਫਸਰ ਆ ਉਹ ਪਿੰਡਾਂ ਦੇ ਦੌਰੇ ਕਰਨਗੇ, ਮਤਲਬ ਕਿ ਉਹਨਾਂ ਦੀ ਡਿਊਟੀ ਲੱਗੀ ਸੀਗੀ ਕਿ ਫਸਲ ਦੀ ਖਰੀਦੀ, ਅਦਾਇਗੀ ਜਾਂ ਮੁਹੱਲਾ ਕਲੀਨਿਕਾਂ ਦੀ ਕਾਰਗੁਜ਼ਾਰੀ, ਸੇਵਾ ਕੇਂਦਰ ਚੱਲ ਰਹੇ ਹੋਰ ਡਿਵੈਲਪਮੈਂਟ ਦੇ ਕੰਮ, ਜ਼ਿਲ੍ਹਿਆਂ ਨੂੰ ਜਿਹੜੇ ਟਾਰਗੇਟ ਦਿੱਤੇ ਗਏ ਉਹਨਾਂ ਦੀ ਰਿਪੋਰਟ, ਨੈਸ਼ਨਲ ਹਾਈਵੇ ਤੇ ਜ਼ਮੀਨ ਐਕਵਾਇਰ ਕਰਨ ਸੰਬੰਧੀ ਕੰਮ ਵਗੈਰਾ ਵਗੈਰਾ, ਇਸ ਤਰ੍ਹਾਂ ਦੀ ਕੋਈ 8-10 ਨੁਕਤੇ ਸੀਗੇ ਕਿ ਜਿਨ੍ਹਾਂ ਤੇ ਜਾ ਕੇ ਤੁਸੀਂ ਵੇਖਣਾ ਹੈ, ਜਿਨ੍ਹਾਂ ਦੀ ਡਿਊਟੀ ਹੈ, ਕਿਉਂਕਿ ਸੈਕਟਰੀ ਪੱਧਰ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਣੇ ਸਨ। ਤਾਂ ਹੁਣ ਜਿਨ੍ਹਾਂ ਨੂੰ ਆਦਤ ਪਈ ਆ ਉੱਥੇ ਚੰਡੀਗੜ੍ਹ ਦੇ ਵਿੱਚ ਨਜ਼ਾਰੇ ਲੈਣ ਦੀ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ। ਤਾਂ ਗੱਲ ਇਹ ਆ ਕਿ ਫਿਰ ਉਹ ਪਿੰਡਾਂ ਦੀ ਮਿੱਟੀ ਕਿਉਂ ਫੱਕਦੇ ਫਿਰਨ, ਤੇ ਇੱਧਰ ਤੇ ਧੂੰਆਂ ਹੀ ਬੜਾ, ਤੁਹਾਨੂੰ ਪਤਾ ਧੂੰਆਂ ਬਹੁਤ ਹੈ ਨਾ। ਸੋ ਇਸ ਕਰਕੇ ਉਹ ਗ੍ਰੇਸ ਕਰਦੇ, ਉੱਥੇ ਮਾਸਕ ਪਾ ਕੇ ਬੈਠੇ ਰਹਿੰਦੇ ਆ ਤੇ ਨਜ਼ਾਰੇ ਲੈਂਦੇ ਆ, ਸਾਰਾ ਕੁਝ ਬਈ ਉੱਥੇ ਵਧੀਆ ਵਧੀਆ, ਠੀਕ ਹੈ, ਵਧੀਆ ਵਧੀਆ ਲੱਗਦਾ, ਵਧੀਆ ਮਾਹੌਲ ਆ। ਹੁਣ ਗੱਲ ਇਹ ਆ ਕਿ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਹਾਂ ਰਿਪੋਰਟ ਦਿਓ, ਉਹਨਾਂ ਨੇ ਕੁਛ ਨਹੀਂ ਕੀਤਾ, ਕੋਈ ਹਿਲ ਜੁਲ ਨਹੀਂ। ਹੁਣ ਦੂਜਾ ਰਿਮਾਈਂਡਰ ਭੇਜਿਆ, ਓਏ ਭਾਈ ਕੀ ਕਰਦੇ ਆ? ਹੁਣ ਦੂਜੇ ਤੇ ਪਤਾ ਨਹੀਂ ਤੇ ਤੀਜਾ ਤੇ ਤੁਹਾਨੂੰ ਪਤਾ ਫਿਰ ਕੰਮ ਮਾੜਾ ਹੀ ਹੁੰਦਾ ਹੈ। ਹੁਣ ਦੇਖਦੇ ਆ ਕਿ ਕੋਈ ਪਰਵਾਹ ਕਰਦੇ ਆ ਕਿ ਨਹੀਂ ਕਰਦੇ। ਤਾਂ ਇਹ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਆ ਕਿ ਕੀ ਤੁਹਾਡਾ ਅਫਸਰਸ਼ਾਹੀ ਦੇ ਨਾਲ ਸਹੀ ਤਾਲਮੇਲ ਨਹੀਂ ਬੈਠ ਪਾ ਰਿਹਾ, ਜੋ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ, ਜਾਂ ਅਫਸਰ ਹੀ ਇੰਨਾ ਜ਼ਿਆਦਾ ਆਲਸੀ ਜਾਂ ਲਾਪਰਵਾਹ ਹੋ ਗਏ ਆ, ਬੇਫਿਕਰੇ ਹੋ ਗਏ, ਬੇਪਰਵਾਹ ਹੋ ਗਏ ਆ ਕਿ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਕਰਦੇ ਕਿ ਹੁਕਮ ਤਾਂ ਮੰਨਣੇ ਕੀ ਆ, ਉਹ ਰਿਪੋਰਟ ਵੀ ਪੇਸ਼ ਨਹੀਂ ਕਰਨਾ ਹੈ। ਤਾਂ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਫਿਰ ਆਪਾਂ ਨੂੰ ਯਾਦ ਆਉਣਗੇ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਜਿਹੜੇ ਪਹਿਲਾ ਕਾਰਜਕਾਲ ਸੀਗੇ। ਕੁਝ ਮੌਕਿਆਂ ਤੇ ਆਪਾਂ ਦੇਖਿਆ, ਖਾਸ ਤੌਰ ਤੇ ਸੰਗਤ ਦਰਸ਼ਨ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਚੰਡੀਗੜ੍ਹ ਦੇ ਵੱਡੇ ਵੱਡੇ ਅਫਸਰ ਇੱਧਰ ਸਾਡੇ ਪਿੰਡਾਂ ਦੇ ਟਿੱਬਿਆਂ 'ਚ ਵੀ ਤੁਰੇ ਫਿਰਦੇ ਹੁੰਦੇ ਸੀ, ਉਹਨਾਂ ਨੂੰ ਵਾਹਣਾ 'ਚ ਵਾੜਿਆ ਹੁੰਦਾ ਸੀ ਕਈ ਵਾਰੀ, ਜਾਓ ਵੀ ਉੱਥੇ ਐਸਟੀਮੇਟ ਲਾਓ, ਉਹ ਕਰੋ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਜਿਹੜੀ ਅਫਸਰਸ਼ਾਹੀ ਅੱਗੇ ਪਿੰਡਾਂ 'ਚ ਚਲੇ ਜਾਂਦੀ ਸੀ ਗਾਏ ਬਗਾਏ ਸੰਗਤ ਦਰਸ਼ਨ ਦੇ ਬਹਾਨੇ, ਜਾਂ ਕੈਪਟਨ ਅਮਰਿੰਦਰ ਸਿੰਘ ਉਹਦੀ ਪਹਿਲੀ ਜਿਹੜੀ ਟੈਨਿਓਰ ਸੀ ਉਹਦੇ ਦਰਮਿਆਨ ਆਪਾਂ ਦੇਖਿਆ ਕਿ ਅਫਸਰਸ਼ਾਹੀ ਬੜੀ ਚੁਸਤ ਦਰੁਸਤ ਤੇ ਹਾਜ਼ਰ ਜਵਾਬ ਸੀਗੀ। ਤੇ ਐਤਕੀ ਤਾਂ ਫਿਰ ਇਸ ਸਰਕਾਰ ਦਾ ਵੇਖੀਏ ਤਾਂ ਫਿਰ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲਓ ਕਿ ਵਿਗਾੜ ਹੈ। ਹੁਣ ਕਿੱਥੇ ਉਹ ਤਾਂ ਇਹਨਾਂ ਨੂੰ ਲੱਭਣਾ ਪਵੇਗਾ ਕਿ ਅਫਸਰਸ਼ਾਹੀ ਇੰਨੀ ਢਿੱਲੀ ਆ, ਤਾਂ ਫਿਰ ਤੁਹਾਨੂੰ ਕੁਛ ਨਾ ਕੁਛ ਚੂੜੀ ਤਾਂ ਕੱਸਣੀ ਪਊਗੀ। ਤਾਂ ਕੱਸੋਗੇ ਤੇ ਤਦ ਹੀ ਨਾ, ਜਦੋਂ ਤੁਸੀਂ ਵਿਹਲੇ ਹੋਵੋਗੇ ਉਹ ਗੁਜਰਾਤ, ਹਿਮਾਚਲ, ਦਿੱਲੀ, ਫਲਾਣੀ ਚੋਣ, ਢਮਕਾਣੀ ਚੋਣ, ਤਾਂ ਇਸ ਚੋਣ ਵਾਲੇ ਚੱਕਰ ਚੋਂ ਜਦੋਂ ਨਿਕਲੋਗੇ ਉਦੋਂ ਹੀ ਇੱਧਰ ਫਿਰ ਧਿਆਨ ਦੇਵੋਗੇ। ਸੋ ਇਹ ਬਹੁਤ ਜ਼ਰੂਰੀ ਹੈ ਤੇ ਪਿੰਡਾਂ ਨੂੰ ਲੋੜ ਵੀ ਹੈਗੀ ਆ। ਮੈਂ ਤੁਹਾਨੂੰ ਮਤਲਬ ਕਿ ਪਿੰਡਾਂ ਦੀ ਉਹ ਗੱਲ, ਪਿੰਡਾਂ ਦੀ ਸੱਥ ਦੀ ਗੱਲ ਦੱਸ ਦਿੰਦਾ ਕਿ ਪਿੰਡਾਂ 'ਚ ਡਿਵੈਲਪਮੈਂਟ ਦੇ ਕੰਮ ਨਾ ਅਮਰਿੰਦਰ ਸਰਕਾਰ ਨੇ ਕੀਤੇ ਤੇ ਨਾ ਹੁਣ ਸ਼ੁਰੂ ਹੋਏ।